गुड मॉर्निंग एवरीवन। ਤਾਂ ਲਾਸਟ ਕਲਾਸ ਜੋ ਆਪਾਂ ਨੇ ਡਿਸਕਸ ਕੀਤਾ ਸੀ ਉਹ ਕੀ ਸੀ ਆਪਣੇ ਕੋਲ ਟ੍ਰਾਂਜ਼ਿਸਟਰ। ਠੀਕ ਹੈ, ਟ੍ਰਾਂਜ਼ਿਸਟਰ ਕੀ ਹੁੰਦਾ ਆਪਣੇ ਕੋਲ ਉਹ ਡਿਵਾਈਸ ਹੈ ਜਿਸ ਦੇ ਵਿੱਚ ਆਪਣੇ ਕੋਲ ਇੱਕ ਟਾਈਪ ਦਾ ਸੈਮੀਕੰਡਕਟਰ ਨੂੰ ਦੋ ਸੇਮ ਟਾਈਪ ਦੇ ਸੈਮੀਕੰਡਕਟਰ ਦੇ ਵਿਚਕਾਰ ਸੈਂਡਵਿਚ ਕੀਤਾ ਹੋਊਗਾ। ਠੀਕ ਹੈ, NPN ਸਿੰਪਲ। ਤਾਂ ਟ੍ਰਾਂਜ਼ਿਸਟਰ ਕੀ ਹੈ? ਦਿਸ ਇਜ਼ ਟ੍ਰਾਂਸਫਰ ਆਫ ਰੈਜ਼ਿਸਟੈਂਸ। ਜੋ ਆਪਣੇ ਕੋਲ ਐਮੀਟਰ ਬੇਸ ਸਰਕਟ ਹੈ ਉਹ ਫੋਰਵਰਡ ਬਾਇਸ ਹੁੰਦਾ ਕਿਉਂਕਿ ਉਹਦੀ ਰੈਜ਼ਿਸਟੈਂਸ ਕਿੰਨੀ ਘੱਟ ਹੁੰਦੀ ਹੈ। ਜੋ ਆਪਣੇ ਕੋਲ collector based circuit or reverse bias ਹੁੰਦੀ ਹੈ because ਉਹਦੀ resistance ਜ਼ਿਆਦਾ ਹੁੰਦੀ ਹੈ। ਤਾਂ ਆਪਣੇ ਕੋਲ less resistance to high resistance shifting ਹੋ ਰਹੀ ਹੈ। ਠੀਕ ਹੈ, ਇਸ particular device ਨੂੰ ਆਪਾਂ ਨਾਮ ਕੀ ਦਿੱਤਾ ਹੈਗਾ? ਟ੍ਰਾਂਜ਼ਿਸਟਰ। ਤਾਂ ਅੱਜ ਆਪਾਂ ਨੇ NPN ਦੀ ਵਰਕਿੰਗ ਕਰਨੀ ਹੈ, ਪਰ ਉਸ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਡਿਟੇਲ ਚ ਦੁਬਾਰਾ ਡਿਸਕਸ ਕਰ ਲੈਂਦੇ ਹਾਂ PNP ਦੀ ਵਰਕਿੰਗ। ਰਿਵਾਈਜ਼ ਹੋ ਜੂ, ਹੋਰ ਕੁਝ ਨਹੀਂ ਹੈ, ਲਿਖਵਾਣਾ ਨਹੀਂ ਹੈ, ਸਿਰਫ ਐਕਸਪਲੇਨ ਕਰੂੰਗਾ ਕਿਉਂਕਿ ਲਿਖਣ ਚ ਟਾਈਮ ਜ਼ਿਆਦਾ ਲੱਗਦਾ ਹੈ, ਐਕਸਪਲੇਨੇਸ਼ਨ ਚ ਟਾਈਮ ਘੱਟ ਲੱਗਦਾ ਹੈ। This is P, this is N, this is P, this is emitter, this is base, this is collector। ਤਾਂ ਆਪਣੇ ਕੋਲ P ਟਾਈਪ ਚ ਐਕਸਟਰਾ ਕੀ ਹੋ ਜਾਣਗੇ? ਹੋਲਸ। ਠੀਕ ਹੈ, ਤੇ N ਟਾਈਪ ਚ ਐਕਸਟਰਾ ਕੀ ਹੋ ਜਾਣਗੇ ਆਪਣੇ ਕੋਲ? ਇਲੈਕਟ੍ਰੋਨਸ। ਐਵੇਂ ਰਿਪਰੈਜ਼ੈਂਟ ਕਰਦੇ ਨੇ, ਨੈਗੇਟਿਵ ਵਾਲਾ ਕਰਦੇ ਨੇ। ਠੀਕ ਹੈ, ਹੁਣ ਆਪਣੇ ਕੋਲ ਐਮੀਟਰ ਬੇਸ ਸਰਕਟ ਦੇ ਵਿੱਚ ਜਿਹੜਾ ਡਰਾ ਕਰਾਂਗੇ ਆਪਾਂ, ਇਟ ਵੁੱਡ ਬੀ ਲਾਈਕ ਦਿਸ। ਜੋ ਐਮੀਟਰ ਬੇਸ ਸਰਕਟ ਹੋਗਾ that will be forward bias। forward bias ਦਾ ਮਤਲਬ ਕੀ ਹੁੰਦਾ ਆਪਣੇ ਕੋਲ ਕਿ ਜਿਹੜਾ P ਸਾਈਡ ਹੈ ਕਨੈਕਟਡ ਹੈ ਪੋਜ਼ਿਟਿਵ ਟਰਮੀਨਲ ਆਫ ਐਕਸਟਰਨਲ ਬੈਟਰੀ ਐਂਡ N ਸਾਈਡ ਇਜ਼ ਕਨੈਕਟਡ ਟੂ ਨੈਗੇਟਿਵ ਟਰਮੀਨਲ ਆਫ ਐਕਸਟਰਨਲ ਬੈਟਰੀ। ਤੇ ਸਿੰਬਲ ਕੀ ਦੇਵਾਂਗੇ? VEB। ਫਿਰ ਆਪਣੇ ਕੋਲ ਆ ਜਾਊਗਾ ਕਲੈਕਟਰ ਬੇਸ ਸਰਕਟ। ਕਲੈਕਟਰ ਬੇਸ ਸਰਕਟ ਕੀ ਹੁੰਦਾ? ਰਿਵਰਸ ਬਾਇਸ। ਰਿਵਰਸ ਬਾਇਸ ਦਾ ਮਤਲਬ ਹੈ P ਕਨੈਕਟਡ ਹੈ ਨੈਗੇਟਿਵ ਨਾਲ ਤੇ N ਕਨੈਕਟਡ ਹੈ ਪੋਜ਼ਿਟਿਵ ਨਾਲ। ਬਟ ਇੱਥੇ ਧਿਆਨ ਕੀ ਰੱਖਣਾ ਆਪਾਂ ਨੇ ਕਿ ਰਿਵਰਸ ਬੈਟਰੀ ਜਿਹੜੀ ਹੁੰਦੀ ਹੈ, ਰਿਵਰਸ ਦੇ ਵਿੱਚ ਰੈਜ਼ਿਸਟੈਂਸ ਜ਼ਿਆਦਾ ਹੁੰਦੀ ਹੈ ਤਾਂ ਹਾਇਰ ਵੋਲਟੇਜ ਦੀ ਬੈਟਰੀ ਚਾਹੀਦੀ ਹੈ, ਤਾਂ ਡਬਲ ਆਪਾਂ ਨੇ ਸ਼ੋ ਕਰਤਾ। ਜਿਹੜਾ ਫੋਰਵਰਡ ਬਾਇਸਿੰਗ ਹੁੰਦੀ ਹੈ ਉਹਦੀ ਰੈਜ਼ਿਸਟੈਂਸ ਹੁੰਦੀ ਹੈ ਘੱਟ, ਤਾਂ ਉੱਥੇ ਲੈਸ ਵੋਲਟੇਜ ਵਾਲੀ ਸੈੱਲ ਰਿਕੁਆਇਰਡ ਹੈ, ਬੈਟਰੀ ਰਿਕੁਆਇਰਡ ਹੈ, ਜਿਸ ਚੱਕਰ 'ਚ ਆਪਾਂ ਨੇ ਸਿੰਗਲ ਲਾਈਨ ਨਾਲ ਸ਼ੋ ਕੀਤਾ। ਇਹਦੇ 'ਚ ਡਬਲ ਲਾਈਨ ਸਿੰਪਲ। ਹੁਣ ਆਪਣੇ ਕੋਲ ਲੌਜਿਕ ਇਹ ਹੁੰਦਾ ਕਿ ਜਿਹੜਾ ਐਮੀਟਰ ਹੁੰਦਾ ਉਸਨੇ ਕੀ ਕਰਨਾ? ਐਮਿਟ। ਉਹ ਐਮਿਟ ਕੀਤਾ ਹੋਇਆ ਕਿਤੇ ਜਾਊਗਾ? ਬੇਸ ਤੇ ਕਲੈਕਟਰ ਦੇ ਵਿੱਚ। ਤਾਂ ਆਪਣੇ ਕੋਲ ਪੋਲੈਰਿਟੀ ਦੇਖੋ ਧਿਆਨ ਨਾਲ, ਪੋਜ਼ਿਟਿਵ ਹੈ, ਪੋਜ਼ਿਟਿਵ ਤੋਂ ਕਰੰਟ ਪੁਸ਼ ਹੋਊਗਾ, ਪੋਜ਼ਿਟਿਵ ਤੋਂ ਕਰੰਟ ਪੁਸ਼ ਹੋਊਗਾ ਐਮੀਟਰ ਕਰੰਟ। ਜੇ ਐਮੀਟਰ ਕਰੰਟ ਅੰਦਰ ਜਾਂਦਾ ਹੈ ਤਾਂ ਬੇਸ ਕਰੰਟ ਤੇ ਕਲੈਕਟਰ ਕਰੰਟ ਕੀ ਕਰਨਗੇ? ਬਾਹਰ ਆ ਜਾਣਗੇ। ਠੀਕ ਹੈ, ਜੇ ਆਪਣੇ ਕੋਲ ਐਮੀਟਰ ਕਰੰਟ ਇਨਸਾਈਡ ਫੀਡ ਹੁੰਦਾ ਹੈ ਤਾਂ ਆਪਣੇ ਕੋਲ ਬੇਸ ਤੇ ਕਲੈਕਟਰ ਕਰੰਟ ਕੀ ਹੋਣਗੇ? ਆਊਟਸਾਈਡ ਹੋਣਗੇ, ਤਾਂ ਬਾਹਰ ਨਿਕਲਣਗੇ। ਤਾਂ ਐਮੀਟਰ ਕਰੰਟ ਜੇ 100% ਹੈ ਤਾਂ 5% ਕੀ ਹੁੰਦਾ? ਬੇਸ ਕਰੰਟ, ਤੇ 95% ਕੀ ਹੋ ਜਾਂਦਾ ਆਪਣੇ ਕੋਲ? ਕਲੈਕਟਰ ਕਰੰਟ। ਐਜ਼ ਦਾ ਨੇਮ ਸੁਜੈਸਟ, ਐਮੀਟਰ ਦਾ ਕੰਮ ਕੀ ਹੁੰਦਾ ਹੈ? ਮੇਜਰ ਚਾਰਜ ਕੈਰੀਅਰਸ ਨੂੰ ਐਮਿਟ ਕਰਨਾ। ਇਹ ਚਾਹੇ ਹੋਲਸ ਹੋਣਗੇ ਚਾਹੇ ਇਹ ਇਲੈਕਟ੍ਰੋਨਸ ਹੋਣਗੇ। ਬੇਸ ਦਾ ਕੰਮ ਕੀ ਹੁੰਦਾ ਹੈ? ਬੇਸ ਦਾ ਕੰਮ ਹੁੰਦਾ ਹੈ ਉਸਨੂੰ ਬੇਸ ਪ੍ਰੋਵਾਈਡ ਕਰਨਾ, ਜੰਕਸ਼ਨ ਪ੍ਰੋਵਾਈਡ ਕਰਨਾ ਬਿਟਵੀਨ ਦਾ ਐਮੀਟਰ ਐਂਡ ਕਲੈਕਟਰ। ਠੀਕ ਹੈ, ਸਭ ਤੋਂ ਲਾਈਟਲੀ ਡੋਪਡ ਪੋਰਸ਼ਨ ਹੋਗਾ, ਸਭ ਤੋਂ ਛੋਟੀ ਥਿਕਨੈਸ ਵਾਲਾ ਪੋਰਸ਼ਨ ਹੋਗਾ। ਫਿਰ ਆਪਣੇ ਕੋਲ ਆਉਂਦਾ ਕਲੈਕਟਰ। ਕਲੈਕਟਰ ਕੀ ਹੁੰਦਾ ਆਪਣੇ ਕੋਲ? ਜਿਹੜਾ ਚਾਰਜ ਕੈਰੀਅਰਸ ਨੂੰ ਕਲੈਕਟ ਕਰਦਾ ਹੈ। ਕਲੈਕਟਰ ਕਿਹੜਾ ਹੋਊਗਾ? ਜਿਹੜਾ ਚਾਰਜ ਕੈਰੀਅਰਸ ਨੂੰ ਕਲੈਕਟ ਕਰੂਗਾ। ਤਾਂ ਐਮੀਟਰ ਕੀ ਹੋ ਗਿਆ? ਐਮਿਟ ਕਰੂਗਾ। ਬੇਸ ਕੀ ਕਰੂਗਾ? ਜੰਕਸ਼ਨ ਪ੍ਰੋਵਾਈਡ ਕਰੂਗਾ, ਤੇ ਕਲੈਕਟਰ ਕੀ ਕਰੂਗਾ? ਚਾਰਜ ਕੈਰੀਅਰਸ ਨੂੰ ਸਾਰਿਆਂ ਨੂੰ ਕਲੈਕਟ ਕਰ ਲੂਗਾ। ਠੀਕ ਹੈ, ਕਲੀਅਰ। ਤਾਂ ਆਪਣੇ ਕੋਲ ਇਸ ਨੂੰ ਆਪਾਂ ਡਾਇਗਰਾਮ ਦੁਬਾਰਾ ਡਰਾ ਕਰਦੇ ਚਾਹੇ, ਬਿਕੋਜ਼ ਆਪਣੇ ਕੋਲ ਇੱਥੇ ਹੁਣ ਵਰਡਿੰਗ ਤਾਂ ਲਿਖਣੀ ਨਹੀਂ ਹੈ, ਵਰਡਿੰਗ ਨੈਕਸਟ ਸਾਲ ਦੀ ਲਿਖਾਂਗੇ, ਉਸ 'ਚ ਆਪਾਂ ਨੂੰ ਥੋੜਾ ਫਰਕ ਪਊਗਾ ਸਪੇਸ ਦਾ, ਇਹਦੇ 'ਚ ਫਰਕ ਨਹੀਂ ਪੈਣਾ। ਤਾਂ ਆਪਣੇ ਕੋਲ ਦਿਸ ਇਜ਼ P, this is N, this is P। ਐਰੋ ਹਮੇਸ਼ਾ ਜਿਹੜਾ ਹੁੰਦਾ ਹਮੇਸ਼ਾ ਜਾਊਗਾ P to N। ਠੀਕ ਹੈ, ਇਸ ਦੇ ਵਿੱਚ ਆਪਣੇ ਕੋਲ ਆ ਜਾਂਦਾ ਹੈ this is emitter, this is base, this is collector। ਤਾਂ P to N ਕੀ ਹੋ ਜਾਊਗਾ ਆਪਣੇ ਕੋਲ? P to N ਕੀ ਹੋ ਜਾਊਗਾ ਆਪਣੇ ਕੋਲ? emitter 'ਚ ਹੋ ਜਾਊਗਾ। ਠੀਕ ਹੈ, ਤਾਂ ਆਪਣੇ ਕੋਲ ਇਹ ਫੋਰਵਰਡ ਬਾਇਸਿੰਗ ਰੱਖਣੀ ਹੈ। ਫੋਰਵਰਡ ਬਾਇਸਿੰਗ ਦਾ ਮਤਲਬ ਆ ਚੀਜ਼ ਚੱਲੂਗੀ, ਇਸ ਨੂੰ ਆਪਾਂ ਕਹਾਂਗੇ EB। ਇੱਥੇ ਕੀ ਕਰਾਂਗੇ ਆਪਾਂ? ਰਿਵਰਸ ਬਾਇਸਿੰਗ, ਇਸ ਨੂੰ ਕਹਾਂਗੇ ਆਪਾਂ CB।
ਤਾਂ IE ਕਰੰਟ ਅੰਦਰ ਜਾਊਗਾ ਅਕੋਰਡਿੰਗ ਟੂ ਫੋਰਵਰਡ ਬਾਇਸਿੰਗ। ਜੇ IE ਅੰਦਰ ਜਾਊਗਾ ਬੇਸ ਬਾਹਰ ਆ ਜਾਊਗਾ ਤੇ ਕਲੈਕਟਰ ਬਾਹਰ ਆ ਜਾਊਗਾ। ਤੇ ਇਹ ਆਪਣੇ ਕੋਲ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਹੈ PNP ਟ੍ਰਾਂਜ਼ਿਸਟਰ ਦੀ। ਵਰਕਿੰਗ ਦੇ ਵਿੱਚ ਕੀ ਹੈ ਧਿਆਨ ਨਾਲ ਦੇਖ ਲਓ ਕਿ ਜਿਹੜਾ ਆਪਣੇ ਕੋਲ ਵਰਕਿੰਗ ਇੱਥੇ ਕਰ ਲੈਂਦੇ ਆਪਾਂ ਕਿ ਜਿਹੜਾ ਆਪਣੇ ਕੋਲ emitter base circuit ਹੈ that is forward bias। J forward bias है, it means P of emitter is connected to the positive terminal and N of base is connected to the negative terminal of EB battery। CB circuit is B द्वारा लिख लेंगे अपन CB circuit is reverse bias। reverse bias का मतलब की है अपने को कि P of collector is connected to negative terminal and N of base is connected to positive terminal। resistance ਜਿਹੜੀ reverse bias ਹੁੰਦੀ ਹੈ ਜ਼ਿਆਦਾ ਹੁੰਦੀ ਹੈ ਐਂਡ ਆਪਣਾ ਇੱਥੇ ਪਰਪਸ ਹੈ ਕਰੰਟ ਨੂੰ ਫਲੋ ਕਰਾਉਣਾ। ਕਰੰਟ ਰਿਵਰਸ ਬਾਇਸ ਚ ਕਦੋਂ ਫਲੋ ਕਰਦਾ ਜਦੋਂ ਬ੍ਰੇਕਡਾਊਨ ਹੁੰਦਾ ਹੈ। ਬ੍ਰੇਕਡਾਊਨ ਵਾਸਤੇ ਆਪਾਂ ਨੂੰ ਵੋਲਟੇਜ ਦੀ ਵੈਲਿਊ ਜ਼ਿਆਦਾ ਚਾਹੀਦੀ ਹੁੰਦੀ ਹੈ ਤਾਂ ਆਪਾਂ ਨੇ ਵੱਡੀ ਬੈਟਰੀ ਯੂਜ਼ ਕੀਤੀ ਹੈ। ਠੀਕ ਹੈ ਹੁਣ ਜਿਹੜੇ ਆਪਣੇ ਕੋਲ ਪੋਜ਼ਿਟਿਵ ਹੁਣ ਵਰਕਿੰਗ ਚ ਗੱਲ ਕਰਦੇ ਆਪਾਂ ਜਿਹੜਾ ਆਪਣੇ ਕੋਲ ਪੋਜ਼ਿਟਿਵ ਟਰਮੀਨਲ ਹੈ emitter ਦਾ that will repel the majority charge carriers in P in emitter side which is holes। ਤਾਂ holes ਨੂੰ repel ਕੀਤਾ ਜਾਊਗਾ to cross to the junction and enter into the collector। ਕਿਹਦੇ ਵੱਲ ਪੁਸ਼ ਕੀਤਾ ਜਾਊਗਾ ਬੇਸ ਤੇ collector ਵੱਲ। ਠੀਕ ਹੈ ਤਾਂ ਜਿੰਨੇ ਵੀ ਇਸ ਚੋਂ ਹੋਲਸ ਮੂਵ ਕਰਨਗੇ ਉਹਨਾਂ ਚੋਂ 5% ਜਿਹੜੇ ਹੋਣਗੇ ਹੋਲਸ ਕਿੱਥੇ ਰਹਿ ਜਾਣਗੇ ਉਹ ਬੇਸ ਦੇ ਵਿੱਚ ਰਹਿ ਜਾਣਗੇ ਐਂਡ ਉਹਨਾਂ ਦੇ ਵਿੱਚੋਂ ਜਿਹੜੇ 95% ਹੋਣਗੇ ਕਿੱਥੇ ਆ ਜਾਣਗੇ ਉਹ ਆ ਜਾਣਗੇ ਆਪਣੇ ਕੋਲ collector ਦੇ ਵਿੱਚ। ਠੀਕ ਹੈ ਹੁਣ 5% ਆਪਣੇ ਕੋਲ ਕਿੱਥੇ ਰਹਿ ਗਏ ਬੇਸ ਦੇ ਵਿੱਚ 95% ਕਿੱਥੇ ਆ ਗਏ collector ਦੇ ਵਿੱਚ। ਤਾਂ ਜਿਹੜੇ ਹੋਲਸ collector ਦੇ ਵਿੱਚ ਆ ਗਏ ਲੈਟਸ ਸੀ ਆਪਾਂ ਗੱਲ ਕਰੀਏ ਇੱਕ ਹੋਲ ਦੀ ਤਾਂ ਉਸ ਇੱਕ ਹੋਲ ਵਾਸਤੇ ਜਿਹੜਾ ਆਪਣੇ ਕੋਲ ਨੈਗੇਟਿਵ ਟਰਮੀਨਲ ਹੈ CB ਬੈਟਰੀ ਦਾ ਉਹ ਇਲੈਕਟ੍ਰੋਨ ਦਊਗਾ। ਇਸ ਦੇ ਵਿੱਚੋਂ ਇਲੈਕਟ੍ਰੋਨ ਮੂਵ ਕਰੂਗਾ ਕਿਹਦੇ ਵੱਲ collector ਵੱਲ ਉੱਥੇ ਜਾ ਕੇ ਉਹ ਹੋਲ ਦੇ ਵਿੱਚ ਕੰਬਾਈਨ ਹੋ ਜਾਊਗਾ ਕੰਬਾਈਨ ਹੋ ਕੇ ਉਹ ਕੀ ਕਰੂਗਾ ਕੋਵਲੈਂਟ ਬੌਂਡ ਬਣਾ ਲੂਗਾ। ਜਦੋਂ ਆਪਣੇ ਕੋਲ collector ਦੇ ਵਿੱਚ ਇੱਕ ਕੋਵਲੈਂਟ ਬੌਂਡ ਬਣੂਗਾ ਸਾਈਮਲਟੇਨੀਅਸਲੀ emitter ਦੇ ਵਿੱਚ ਇੱਕ ਕੋਵਲੈਂਟ ਬੌਂਡ ਟੁੱਟ ਜਾਊਗਾ। ਜਦੋਂ ਇੱਕ ਕੋਵਲੈਂਟ ਬੌਂਡ emitter ਦੇ ਵਿੱਚ ਟੁੱਟ ਗਿਆ ਠੀਕ ਹੈ ਤਾਂ ਉਸ ਕੋਵਲੈਂਟ ਬੌਂਡ ਦੇ ਵਿੱਚੋਂ ਇੱਕ ਇਲੈਕਟ੍ਰੋਨ ਨਿਕਲਿਆ ਤੇ ਇੱਕ ਹੋਲ ਨਿਕਲਿਆ। ਹੋਲ ਉੱਥੇ ਰਹਿ ਜਾਊਗਾ ਇਲੈਕਟ੍ਰੋਨ ਮੂਵ ਕਰੂਗਾ ਟੂਵਰਡਸ ਦਾ ਪੋਜ਼ਿਟਿਵ ਟਰਮੀਨਲ ਆਫ EV ਬੈਟਰੀ। ਜਦੋਂ ਇਹ ਪੋਜ਼ਿਟਿਵ ਟਰਮੀਨਲ ਵੱਲ ਮੂਵ ਕਰ ਗਿਆ ਉਸ ਮੂਵਮੈਂਟ ਤੇ ਇਹ ਕ੍ਰਾਸ ਕਰ ਜੂ ਇਸਨੂੰ ਕ੍ਰਾਸ ਕਰਦੇ ਕਰਦੇ ਕਿੱਥੇ ਕ੍ਰਾਸ ਕਰ ਜੂ CB ਬੈਟਰੀ ਨੂੰ ਅਗੇਨ ਇਟ ਐਂਟਰਸ ਇਨਟੂ ਦਾ collector ਸਾਈਡ। ਤਾਂ ਜੇ ਆਪਣੇ ਕੋਲ ਇਲੈਕਟ੍ਰੋਨ ਰੋਟੇਟ ਕਰ ਰਿਹਾ ਐਂਟੀ ਕਲੋਕਵਾਈਜ਼ ਇਨ ਐਕਸਟਰਨਲ ਸਰਕਿਟ ਦਾ ਕਰੰਟ ਰੋਟੇਟ ਕਰ ਜੂਗਾ ਕਲੋਕਵਾਈਜ਼ ਇਨ external circuit। simple ਜੇ ਆਪਣੇ ਕੋਲ ਇਲੈਕਟ੍ਰੋਨ ਰੋਟੇਟ ਕਰ ਰਿਹਾ ਐਂਟੀ ਕਲੋਕਵਾਈਜ਼ then current will rotate in clockwise direction। ਸਿੰਪਲ ਇਹ ਆਪਣੇ ਕੋਲ ਹੋ ਗਿਆ emitter ਤੇ collector ਦੇ ਵਿਚਕਾਰਲਾ ਕੰਬੀਨੇਸ਼ਨ। ਜੇ ਹੁਣ ਆਪਾਂ ਗੱਲ ਕਰਾਂਗੇ 5% ਹੋਲਸ ਜਿਹੜੇ ਆਪਣੇ ਕੋਲ ਬੇਸ ਦੇ ਵਿੱਚ ਰਹਿ ਗਏ ਜਿਹੜੇ 5% ਹੋਲਸ ਬੇਸ ਦੇ ਵਿੱਚ ਰਹਿ ਗਏ ਉਹ ਕੀ ਕਰਨਗੇ ਉਹ ਇਲੈਕਟ੍ਰੋਨ ਉੱਥੇ ਅਵੇਲੇਬਲ ਸੀਗਾ ਉਹ ਇਲੈਕਟ੍ਰੋਨ ਕੰਬਾਈਨ ਕਰਨਗੇ। ਜਦੋਂ ਉਹ ਇਲੈਕਟ੍ਰੋਨ ਕੰਬਾਈਨ ਕਰਨਗੇ ਤਾਂ ਉਸ ਮੂਵਮੈਂਟ ਤੇ ਉਹ ਬਣਾ ਲੈਣਗੇ ਕੋਵਲੈਂਟ ਬੌਂਡ। ਜੇ ਉਹ ਕੋਵਲੈਂਟ ਬੌਂਡ ਬਣਾਉਣਗੇ ਤਾਂ ਉਸ ਟਾਈਮ ਤੇ ਹੀ emitter ਦੇ ਵਿੱਚ ਕੋਵਲੈਂਟ ਬੌਂਡ ਟੁੱਟੂਗਾ ਅਗੇਨ ਇੱਕ ਕੋਵਲੈਂਟ ਬੌਂਡ ਟੁੱਟੂਗਾ that will result into the ਕਿਹਦੇ ਵਿੱਚ ਰਿਜ਼ਲਟ ਕਰੂਗਾ that will result into hole and electron। ਇਹਦਾ ਹੋਲ ਉੱਥੇ ਰਹਿ ਜਾਊਗਾ ਇਲੈਕਟ੍ਰੋਨ ਮੂਵ ਕਰੂਗਾ from this and then it enters into the base। ਜਦ ਇਹ ਬੇਸ ਦੇ ਵਿੱਚ ਐਂਟਰ ਕਰ ਗਿਆ ਤਾਂ ਐਂਟੀ ਕਲੋਕਵਾਈਜ਼ ਡਾਇਰੈਕਸ਼ਨ ਚ ਰੋਟੇਟ ਕਰ ਗਿਆ। ਜਦੋਂ ਇਲੈਕਟ੍ਰੋਨ ਐਂਟੀ ਕਲੋਕਵਾਈਜ਼ ਡਾਇਰੈਕਸ਼ਨ ਚ ਰੋਟੇਟ ਕਰ ਗਿਆ ਤਾਂ ਇਹ ਕਰੰਟ ਰੋਟੇਟ ਕਰ ਚੁੱਕਾ ਕਲੋਕਵਾਈਜ਼। ਠੀਕ ਹੈ ਤਾਂ ਮੇਨ ਚੀਜ਼ ਯਾਦ ਕਰਨੀ ਕਿ ਐਰੋ P2 ਇਹਨੂਗਾ ਦੂਸਰਾ ਜਿਹੜਾ ਕੋਵਲੈਂਟ ਬੌਂਡ ਬ੍ਰੇਕ ਹੋਊਗਾ ਇਹ ਵੀ ਨੋਟ ਕਰ ਲਓ ਨੋਟਬੁੱਕ ਦੇ ਟੌਪ ਤੇ ਜੋ ਕੋਵਲੈਂਟ ਬੌਂਡ ਬ੍ਰੇਕ ਉਹ ਕੱਲ੍ਹ ਦੱਸਿਆ ਸੀ ਉਹ ਹਮੇਸ਼ਾ ਹੋਊਗਾ P ਸਾਈਡ ਤੇ। PNP ਦੇ ਵਿੱਚ ਕਿੱਥੇ ਹੋ ਜਾਊਗਾ ਇਹ ਵੀ ਨੋਟ ਕਰ ਲਓ PNP ਦੇ ਵਿੱਚ ਇਹ emitter ਚ ਹੋ ਜਾਊਗਾ ਤੇ NPN ਦੇ ਵਿੱਚ ਇਹ ਬੇਸ ਚ ਹੋਊਗਾ। ਠੀਕ ਹੈ ਨੈਕਸਟ ਵਾਲਾ ਜਿਹੜਾ ਟੌਪਿਕ ਕਰਾਂਗੇ ਆਪਾਂ ਤਾਂ ਆਹ ਚੀਜ਼ ਧਿਆਨ ਰੱਖਣਾ ਹੈ PNP ਦੇ ਵਿੱਚ ਇਹ emitter ਚ ਹੋਊਗਾ ਕਿਉਂਕਿ emitter ਕੀ ਹੈ ਆਪਣੇ ਕੋਲ P ਟਾਈਪ ਹੈ। ਠੀਕ ਹੈ ਕਲੀਅਰ। ਹੁਣ ਲੌਜੀਕਲੀ ਮੈਂ ਇਹਨਾਂ ਸਾਰੇ ਚੇਂਜ ਕਰ ਸਕਦਾ ਬਟ ਆਈ ਵਿਲ ਨਾਟ ਚੇਂਜ। ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਡਾਇਗਰਾਮ ਦੁਬਾਰਾ ਡਰਾ ਕਰ ਲਓ ਤਾਂ ਹੀ ਤੁਹਾਡੀ ਰਿਵੀਜ਼ਨ ਹੋਊਗੀ। ਤੇ ਕਲਾਸ ਦੇ ਵਿੱਚ ਤਾਂ ਮੈਂ ਲਿਖਵਾ ਰਿਹਾ ਹੁਣ ਇੱਥੇ ਤੁਹਾਡੇ ਤੋਂ ਲਿਖਵਾਵਾਂ ਕਿਵੇਂ ਆਈ ਐਮ ਨਾਟ ਅੰਡਰਸਟੈਂਡਿੰਗ ਦਿਸ ਥਿੰਗ। ਤਾਂ ਨੈਕਸਟ ਆਪਣੇ ਕੋਲ ਹੈਡਿੰਗ ਆਊਗੀ NPN। ਹੁਣ ਉਹਦੀ ਥਿਊਰੀ ਲਿਖਣੀ ਪਊ ਥਿਊਰੀ ਲਿਖਣ ਤੋਂ ਪਹਿਲਾਂ ਡਾਇਗਰਾਮ ਡਰਾ ਕਰ ਲਿਓ। ਠੀਕ ਹੈ ਡਾਇਗਰਾਮ ਡਰਾ ਕਰੋਗੇ ਫਿਰ ਥਿਊਰੀ ਐਕਸਪਲੇਨ ਕਰਨੀ ਮੇਰੇ ਲਈ ਸੌਖੀ ਹੋ ਜਾਂਦੀ ਹੈ ਐਂਡ ਉਸਨੂੰ ਅੰਡਰਸਟੈਂਡ ਕਰਨਾ ਤੁਹਾਡੇ ਲਈ ਸੌਖਾ ਹੋਊਗਾ ਕਿਉਂਕਿ ਥਿਊਰੀ ਐਜ਼ ਇਟ ਇਜ਼ ਕੱਲ ਦੀ ਤਰ੍ਹਾਂ ਲੈਂਥੀ ਹੋਊਗੀ। ठीक है हेडिंग भी है NPN ट्रांजिस्टर।
NPN ट्रांजिस्टर है। जिवें पहला किता सेम ही, कोई डिफरेंस नहीं है। दिस इज NPN ट्रांजिस्टर। ਇਹਦੇ ਵਿੱਚ ਕੀ ਹੋ ਜਾਣਗੇ ਇਲੈਕਟ੍ਰॉन्स, ਤੇ P ਦੇ ਵਿੱਚ ਕੀ ਹੋਣਗੇ ਹੋਲਸ। ਠੀਕ ਹੈ, ਇਸ ਚ ਇਹ ਹੋ ਜੂ ਐਮੀਟਰ, ਇਹ ਹੋ ਜੂ ਬੇਸ, ਇਹ ਹੋ ਜੂ ਕਲੈਕਟਰ। सेम लॉजिक, कोई फर्क नहीं है कि अपने कोल ध्यान नाल देखो एमीटर बेस सर्किट की होंदा है फॉरवर्ड बायस। फॉरवर्ड का मतलब N is connected to negative terminal and P is connected to positive terminal। ਹੁਣ ਕਿਹੜੀ ਬੈਟਰੀ ਹੈ ਇਹ EV ਬੈਟਰੀ ਹੈ। ठीक है, ਹੁਣ ਜਿਹੜੀ पोलैरिटी इधर आ गई नेक्स्ट वाली पोलैरिटी भी सेम रखनी है। अपने को ए हो जाएगा फॉरवर्ड बायस, ए हो जाएगा रिवर्स बायस। तो रिवर्स बायस का मतलब नेगेटिव ਨੂੰ कनेक्ट कर ਦਾਂਗੇ पॉजिटिव ਨਾਲ। ठीक है, ਤੇ पॉजिटिव ਨੂੰ कनेक्ट कर ਦਾਂਗੇ नेगेटिव ਨਾਲ, ਤੇ ਇਹ ਹੋ ਜੂਗੀ CV ਬੈਟਰੀ। ਹੁਣ ਇਹ CV ਬੈਟਰੀ ਚ पॉजिटिव नेगेटिव ਤਾਂ ਆ ਗਿਆ। ठीक है, ਤਾਂ ਜੋ पोलैरिटी EB ਦੀ ਹੈ ਉਹੀ पोलैरिटी CB ਦੀ ਹੋਊਗੀ। ਆਹ ਵਾਲਾ ਲੌਜਿਕ ਸੇਮ ਚੱਲੂਗਾ ਕਿ ਜਿਹੜਾ ਐਮੀਟਰ ਕਰੰਟ ਹੋਊਗਾ that will be equal to base current plus collector current ਦੇ। ਜੋ ਆਪਾਂ ਨੇ PNP ਦੇ ਵਿੱਚ ਕੀਤਾ ਉਹਦੇ ਆਪੋਜ਼ਿਟ ਕਰਨਾ। ਹੁਣ ਜੇ पोलैरिटी ਦੇਖਦੇ ਆ ਤਾਂ ਇੱਥੇ ਨੈਗੇਟਿਵ ਹੈ ਮਤਲਬ ਇੱਥੇ ਕਰੰਟ ਨਿਕਲੂਗਾ। ठीक है, ਹੁਣ ਇਹ ਵਾਲਾ ਐਮੀਟਰ ਚੋਂ ਹਮੇਸ਼ਾ ਕਰੰਟ ਨਿਕਲੂਗਾ IE that is ਐਮੀਟਰ ਕਰੰਟ, ਚਾਹੇ ਉਹ ਅੰਦਰ ਜਾ ਰਿਹਾ ਚਾਹੇ ਬਾਹਰ ਨਿਕਲ ਰਿਹਾ। ਜੇ ਉਹ ਐਮੀਟਰ ਚੋਂ ਹੋ ਰਿਹਾ ਤਾਂ ਉਹ ਕੀ ਹੋ ਜਾਊਗਾ IE ਹੋ ਜਾਊਗਾ। ਹੁਣ ਐਮੀਟਰ ਕਰੰਟ ਜੇ ਬਾਹਰ ਨਿਕਲਿਆ ਤਾਂ ਬੇਸ ਕਰੰਟ ਕੀ ਕਰੂਗਾ ਫੀਡ ਕਰੂਗਾ ਤੇ ਕਲੈਕਟਰ ਕਰੰਟ ਵੀ ਫੀਡ ਕਰੂਗਾ। ਲੌਜਿਕ ਸਮਝ ਗਏ? ਜਿਹੜਾ ਆਪਣੇ ਕੋਲ ਐਮੀਟਰ ਕਰੰਟ ਹੈ ਉਹ ਕਿਹਦੇ ਇਕੁਅਲ ਹੁੰਦਾ ਹੈ ਉਹ ਬੇਸ ਪਲੱਸ ਕਲੈਕਟਰ ਦੇ ਇਕੁਅਲ ਹੁੰਦਾ ਹੈ। ਜੇ ਐਮੀਟਰ ਕਰੰਟ ਬਾਹਰ ਆ ਰਿਹਾ ਹੈ ਤਾਂ ਬੇਸ ਤੇ ਕਲੈਕਟਰ ਕਰੰਟ ਅੰਦਰ ਨੂੰ ਜਾਊਗਾ। ਜੇ ਐਮੀਟਰ ਕਰੰਟ ਅੰਦਰ ਜਾ ਰਿਹਾ ਹੈ ਤਾਂ ਬੇਸ ਤੇ ਕਲੈਕਟਰ ਕਰੰਟ ਬਾਹਰ ਨੂੰ ਹੋਊਗਾ। ਹੁਣ ਇਸ ਦੀ ਦੂਸਰੀ ਡਾਇਗਰਾਮ ਡਰੋ ਕਰ ਰਿਹਾ ਮੈਂ, ਤੁਸੀਂ ਵੀਡੀਓ ਪੌਜ਼ ਕਰਕੇ ਡਰੋ ਕਰ ਲਿਓ ਕਿਉਂਕਿ ਥਿਊਰੀ ਇੱਥੇ ਹੀ ਲਿਖਣੀ ਪਊਗੀ ਮੈਨੂੰ। ਠੀਕ ਹੈ, ਮੇਨ ਤਾਂ ਫਿਰ ਲੈਂਥੀ ਥਿਊਰੀ ਹੈ, वर्किंग सेम ही, कोई ज़्यादा डिफरेंस नहीं है। ਤਾਂ ਆਪਣੇ ਕੋਲ ਹੋ ਜਾਂਦਾ NPN। ठीक है, ਤੇ ਇੱਥੇ ਹੋ ਜਾਊਗਾ ਆਪਣੇ ਕੋਲ NPN ਹੋ ਗਿਆ एमीटर बेस एंड कलेक्टर। तो एरो हमेशा होगा P2N। तो P2N आ रहा है एरो, आ वाला एरो की शो कर रहा है करंट की डायरेक्शन। ध्यान नाल देखांगे तो इस डायग्राम ਨੂੰ ਦੇਖਾਂਗੇ ਤਾਂ IE ਇਧਰ ਨੂੰ ਜਾਂਦਾ ਤਾਂ ਜਿਹੜਾ P2N ਹੈ ਇਹੀ ਰਿਪਰੈਜ਼ੈਂਟ ਕਰਦਾ ਹੈ। ਹੁਣ ਇਹ ਹੋਊਗਾ ਫॉरवर्ड ਬਾਇਸ, ਇਹ ਹੋਊਗਾ ਰਿਵਰਸ ਬਾਇਸ। ਤਾਂ ਐਮੀਟਰ ਬੇਸ ਸਰਕਿਟ ਕੀ ਹੈ ਫॉरवर्ड ਬਾਇਸ। ਫॉरवर्ड ਬਾਇਸ ਮਤਲਬ N ਨੂੰ ਕਨੈਕਟ ਕਰ ਦਾਂਗੇ ਆਪਾਂ ਨੈਗੇਟਿਵ ਨਾਲ ਤੇ P ਨੂੰ ਕਨੈਕਟ ਕਰ ਦਾਂਗੇ ਪੋਜ਼ਿਟਿਵ ਨਾਲ। ਬੈਟਰੀ ਹੋ ਜੂਗੀ VEB। ठीक है, ਤੇ ਆਹ ਕਰੰਟ ਦੀ ਐਰੋ ਵੀ ਇਹੀ ਸ਼ੋ ਕਰ ਰਹੀ ਹੈ ਕਿ I ਹੈ ਜਾ ਰਿਹਾ। ਹੁਣ ਜੇ I ਹੈ ਜਾ ਰਿਹਾ ਤਾਂ ਦੋ ਪਾਰਟਸ ਡਿਵਾਈਡ ਹੋ ਜਾਊਗਾ I ਬੇਸ ਐਂਡ I ਕਲੈਕਟਰ। ਹੁਣ ਜਿਹੜਾ ਆਪਣੇ ਕੋਲ ਕਲੈਕਟਰ ਬੇਸ ਸਰਕਿਟ ਹੈ that is reverse bias, ਮਤਲਬ N ਨੂੰ ਕਨੈਕਟ ਕਰ ਦਾਂਗੇ ਪੋਜ਼ਿਟਿਵ ਨਾਲ ਤੇ ਬੇਸ ਦਾ P ਨੂੰ ਕਨੈਕਟ ਕਰ ਦਾਂਗੇ ਨੈਗੇਟਿਵ ਨਾਲ ਤੇ ਇਸ ਸਰਕਿਟ ਨੂੰ ਕਰ ਦਾਂਗੇ VCB। ਤਾਂ ਇਹ ਕਿਹੜਾ ਹੈ ਕਲੈਕਟਰ ਕਰੰਟ ਹੈ, ਆਹ ਬੇਸ ਕਰੰਟ ਹੈ। ਫਾਰਮੂਲਾ ਵੁੱਡ ਵੀ ਦੱਸਿਆ, ਕੋਈ ਫਰਕ ਨਹੀਂ ਹੈਗਾ। ठीक है, ਤਾਂ ਆਪਣੇ ਕੋਲ ਡਾਇਗਰਾਮ ਹੋ ਗਈ। ਹੁਣ ਇਹਦੀ ਵਰਕਿੰਗ ਕੀ ਹੈ? ਵਰਕਿੰਗ ਬਹੁਤ ਸਿੰਪਲ ਹੈ। ਕਿਵੇਂ ਵਰਕਿੰਗ ਲਿਖਣੀ ਹੈ ਤਾਂ ਇਸ ਨੂੰ ਦੇਖੋ ਧਿਆਨ ਨਾਲ, ਫਾਰਮ ਮੈਥਡ ਸੇਮ ਹੋਊਗਾ ਕਿ ਜਿਹੜਾ ਆਪਣੇ ਕੋਲ EB ਸਰਕਿਟ ਹੈ that is emitter base circuit is forward bias। that means ਜਿਹੜਾ N is connected ਹੈ negative ਨਾਲ, base is connected ਹੈ positive ਨਾਲ। base positive ਹੈ ਨਾ ਤਾਂ P type ਹੈ ਤਾਂ P type is connected to positive terminal। then collector base circuit is reverse bias। reverse bias ਦਾ ਮਤਲਬ ਕੀ ਹੈ ਆਪਣੇ ਕੋਲ ਕਿ ਜਿਹੜਾ N side that is connected to positive terminal and P side is connected to negative terminal of the collector base battery। then forward biasing ਦੇ ਵਿੱਚ resistance ਘੱਟ ਹੁੰਦੀ ਹੈ। ਜੇ resistance ਘੱਟ ਹੁੰਦੀ ਹੈ ਤਾਂ ਥੋੜੀ voltage ਤੇ supply ਨਾਲ ਆਪਣਾ ਕੰਮ ਚੱਲ ਜਾਂਦਾ ਹੈ। ਠੀਕ ਹੈ, ਬਟ ਜਿਹੜਾ reverse bias ਹੁੰਦਾ ਹੈ ਉਸਦੇ ਵਿੱਚ ਕੀ ਜ਼ਿਆਦਾ ਹੁੰਦੀ ਹੈ ਆਪਣੇ ਕੋਲ resistance। ਤਾਂ ਉਸ ਵਿੱਚੋਂ ਕਰੰਟ ਫਲੋ ਕਰਾਉਣ ਵਾਸਤੇ ਆਪਾਂ ਨੂੰ ਕੀ ਚੀਜ਼ ਚਾਹੀਦੀ ਹੈ, ਆਪਾਂ ਨੂੰ ਜ਼ਿਆਦਾ voltage ਵਾਲੀ ਬੈਟਰੀ ਚਾਹੀਦੀ ਹੈ। ਤਾਂ ਉਸ ਵਾਸਤੇ ਬੈਟਰੀ ਵੱਡੀ ਅਟੈਚ ਕਰਦੀ ਹੈ। ਕਲੀਅਰ? ਹੁਣ ਜਦੋਂ ਆਪਣੇ ਕੋਲ ਨੈਗੇਟਿਵ ਆ ਵਾਲਾ
टर्मिनल है EB ਦਾ ਇਹ ਕੀ ਕਰੂਗਾ majority charge carriers those are electrons in the n type of emitter ਨੂੰ push ਕਰੂਗਾ to cross the junction ਜਦੋਂ ਉਹ junction cross ਕਰੂਗਾ ਤਾਂ ਉਹਦੇ ਵਿੱਚੋਂ 5% again will remain in base due to less thickness and 95% will pass to the collector ਤਾਂ 100% ਜਿੰਨੇ ਵੀ major charge carriers flow ਕਰਨਗੇ across the junction ਉਹਦੇ ਵਿੱਚੋਂ 5% will remain in the base and 95% will remain in 95% ਕਿੱਥੇ ਰਹਿਣਗੇ ਆਪਣੇ ਕੋਲ 95% ਰਹਿ ਜਾਣਗੇ ਕਲੈਕਟਰ ਦੇ ਵਿੱਚ ਠੀਕ ਹੈ ਤਾਂ ਡਾਇਗਰਾਮ ਇੱਕ ਵਾਰ ਕੰਪਲੀਟ ਕਰ ਲਓ ਫਿਰ ਇਹਦੀ ਵਰਡਿੰਗ ਵਗੈਰਾ ਲਿਖਵਾਣੀ ਸਟਾਰਟ ਕਰਦਾ ਯੈਲੋ ਵਾਲੀ ਮੈਂ ਮਿਟਾ ਦੂੰਗਾ ਯੈਲੋ ਵਾਲੀ ਪਹਿਲਾਂ ਡਰਾ ਕਰ ਲਓ ਤਾਂ ਇਹ ਵੀਡੀਓ ਪੌਜ਼ ਕਰ ਲਓ ਚਾਹੇ ਕਰ ਲਓ ਡਰਾ क्योंकि हाले पहला मैं इन्नी की वर्डिंग लिखवाऊंगा फिर सेकंड वर्डिंग बाद ऐड करांगे ਆਪਾਂ सेकंड वर्डिंग ਕਿਹੜੀ ਹੋਊਗੀ ਆਪਣੇ ਕੋਲ ਐਮੀਟਰ ਬੇਸ ਵਾਲੀ ਤੇ ਉਹ ਇਲੈਕਟ੍ਰੋਨਸ ਵਾਲੀ ਮੇਜਰ ਚਾਰਜ ਕੈਰੀਜ਼ ਵਾਲੀ ਤੇ ਇੱਥੇ ਲਿਖ ਰਹੇ ਤਾਂ ਆਪਣੇ ਕੋਲ ਕੀ ਆ ਜਾਊਗਾ ਵਰਕਿੰਗ ਦੇ ਵਿੱਚ ਹੇਅਰ ਪੁਆਇੰਟ ਬਣਾ ਕੇ ਲਿਖ ਲਓ EB circuit is यही लेंथ ही होगा is forward bias that is n side of emitter is connected with negative terminal and P side of base is connected with positive terminal of EB battery पॉइंट्स बना के लिखोगे याद रखना सौखा है तो पहले पॉइंट्स तो सारे सेम है ठीक है फिर क्या होगा रिवर्स बायसिंग CB circuit is in reverse bias that is N type of collector is connected to positive terminal and P type of base is connected to negative terminal of CB बैटरी ठीक है एक सिंगल लाइन च कर लिया नेक्स्ट स्टेप क्या है अपने को since in forward bias resistance is lesser so less voltage battery is enough and या बट कर लेना इधर लिख लेना but resistance in reverse bias is large so battery of larger voltage is required ठीक है तो अपने को रिवर्स बायसिंग च लार्जर वोल्टेज की बैटरी रिक्वायर्ड है दैट इज VCB is greater than VEB VCB is greater than VEB ਤਾਂ ਹੁਣ ਥੋੜਾ ਜਿਹਾ ਇਸ ਨੂੰ ਗਾਇਬ ਕਰੀਏ ਇੱਥੇ 5% ਤੇ 95% ਵਾਲਾ ਲੌਜੀਕ ਤੁਹਾਨੂੰ ਧਿਆਨ ਚ ਹੋਣਾ ਚਾਹੀਦਾ ਹੈਗਾ ਤੇ ਤੁਸੀਂ ਨੋਟ ਕਰ ਲਓ ਇਹ ਚੀਜ਼
कि IE इज इक्वल टू IB प्लस IC है एंड वो 100% चे फ्लो कर रहा है, उसको 5% will remain in the base and 95% will pass to the collector। ठीक है, ਤਾਂ ਆਪਣੇ ਕੋਲ ਨੈਕਸਟ ਬੰਦਾ, ਹੁਣ ਆਪਾਂ ਗੱਲ ਕਰਾਂਗੇ ਮੈਜੋਰਿਟੀ ਚਾਰਜ ਕੈਰੀਅਰ ਦੀ ਜਿਹੜਾ ਫਲੋ ਕਰਨਗੇ ਤੇ ਕਰੰਟ ਫਲੋ ਕਰੂਗਾ। ਠੀਕ ਹੈ, ਤਾਂ ਆਪਾਂ ਲਿਖਾਂਗੇ ਇੱਥੇ negative terminal of EB battery repels the major charge carriers। Negative terminal of EB battery repels the major charge carriers, that is electrons, towards the junction। To reach collector। Out of these electrons, 5% will remain in base and 95% will pass to the collector। ਤਾਂ 95% ਕੀ ਕਰਨਗੇ, collector 'ਚ ਚਲੇ ਜਾਣਗੇ, 5% ਕਿੱਥੇ ਰਹਿ ਜਾਣਗੇ ਆਪਣੇ ਕੋਲ base ਦੇ ਵਿੱਚ। ਇਹਨੇ ਮੈਂ ਲਾਈਨਾਂ ਗਾਇਬ ਕਰ ਦਿੰਦਾ, ਸਪੇਸ ਬਣ ਜੋ ਆਪਣੇ ਕੋਲ ਲਿਖਣ ਵਾਸਤੇ। ਇਹ ਟੌਪਿਕ ਸਾਰੇ ਮੈਂ ਪਹਿਲਾਂ ਦੱਸ ਰਿਹਾ 5-5 ਨੰਬਰ ਦੇ ਹੈ, ਇਸ ਲਈ ਨਾ ਤਾਂ ਮੈਂ फास्ट स्पीड से करवाऊंगा, ना ही एक दिन च मैं दो टॉपिक चकूंगा, एक टॉपिक होगा, एक दो दिन एक्स्ट्रा लगणगे, बट एटलीस्ट ਤੁਹਾਨੂੰ ਚੀਜ਼ਾਂ ਯਾਦ ਰਹਿਣੀਆਂ ਸਟਾर्ट हो ਜਾਣਗੀਆਂ। जब तक खुद ਤੁਸੀਂ अपना 2 बार लिख के लिख दे एटलीस्ट ये चीज़ें याद नहीं रहनी। नाउ वी टॉक अबाउट, क्योंकि थ्योरी ਇਹਨਾਂ ਦੀ ਲੈਂਦੀ है 95% of electrons which pass to the collector। ਜਿਹੜੇ ਇਲੈਕਟ੍ਰੋਨ ਇੱਥੇ ਆਣਗੇ, these electrons got attracted। वर्डिंग सुन लो, इलेक्ट्रॉन की करूँगा पॉजिटिव टर्मिनल अट्रैक्ट होगा, तब इस चो पास करूँगा, फिर वो एमिटर बेस चो पास कर दूँ, देन इट एंटर इनटू द एमिटर। सिंस जेड़ा इलेक्ट्रॉन है रोटेट कर रहा है क्लॉकवाइज, द करंट कितने रोटेट करूँगा, एंटी क्लॉकवाइज। ठीक है, अट्रैक्टेड टुवर्ड्स पॉजिटिव टर्मिनल ऑफ CB बैटरी। ठीक है, CB बैटरी वाला अट्रैक्ट होया, देन मूव टू द EB बैटरी, then कितने एंटर करूँगा, then enters emitter। ਹੁਣ ਜਦੋਂ ਇਲੈਕਟ੍ਰੋਨ ਆਊਟਰ ਸਰਕਟ ਦੇ ਵਿੱਚ ਕਲੌਕਵਾਈਜ਼ ਰੋਟੇਟ ਕਰੂਗਾ ਤਾਂ ਆਪਣੇ ਕੋਲ ਜਿਹੜਾ ਕਰੰਟ ਰੋਟੇਟ ਕਰੂਗਾ, ਫਲੋ ਕਰੂਗਾ, that will be एंटी क्लॉकवाइज डायरेक्शन जो लिखना ਆਪਾਂ ਨੇ। ਤਾਂ ਕੀ ਲਿਖਾਂਗੇ ਆਪਾਂ, ਦੇਖ ਲਓ। since electron rotates in clockwise direction, in external circuit, so current will be in anti-clockwise डायरेक्शन। ठीक है, कि जेड़ा इलेक्ट्रॉन है एक्सटर्नल सर्किट रोटेट कर रहा है,
एक्सटर्नल सर्किट्स रोटेट कर रहे हैं क्लॉकवाइज, सो जो करंट है दैट विल रोटेट इन एंटी क्लॉकवाइज। एक बार मैं क्रॉस चेक कर ला, ठीक है। तो अपने को वर्डिंग होगी, ਤਾਂ ਨੋਟ ਕਰ ਲਓ, ਪੌਜ਼ ਕਰ ਲਓ ਵੀਡੀਓ ਨੂੰ, ਫਿਰ ਨੋਟ ਕਰ ਲਓ, ਫਿਰ 5% ਦੀ ਵਰਕਿੰਗ ਹੋਊਗੀ, ਠੀਕ ਹੈ। ਹਾਲੇ ਆਪਣੇ ਕੀ ਕੀਤਾ, ਆਪਾਂ ਨੇ ਵਰਡਿੰਗ ਕੀਤੀ ਆਪਾਂ ਨੇ 95% ਆਫ ਦਾ ਇਲੈਕਟ੍ਰੋਨਸ ਵਿਚ ਪਾਸਿਸ ਟੂ ਦਾ collector। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ 5% ਆਫ ਦਾ ਇਲੈਕਟ੍ਰੋਨਸ ਵਿਚ ਪਾਸਿਸ ਟੂ ਦਾ base। Now we talk about 5% of electrons which remain in base। ਹੁਣ ਜਿਹੜੇ ਇਲੈਕਟ੍ਰੋਨ ਬੇਸ ਦੇ ਵਿੱਚ ਰਹਿਣਗੇ, ਬੇਸ ਦੇ ਵਿੱਚ ਆਲਰੇਡੀ ਹੋਲਸ ਅਵੇਲੇਬਲ ਹੈ, these combine with holes already available in base। the base ਆਪਣੇ ਕੋਲ p type ਹੈ, ਉਸ ਦੇ ਵਿੱਚ already ਆਪਣੇ ਕੋਲ holes available ਹੋਣਗੇ, ਤਾਂ ਜਿਹੜੇ electrons ਨੇ those will combine with the holes present in the base। ਜਦੋਂ ਉਹ base ਦੇ ਵਿੱਚ ਕੰਬਾਈਨ ਕਰਨਗੇ ਤਾਂ ਬਣਾ ਦੇਣਗੇ ਕੋਵਲੈਂਟ ਬੌਂਡ। ਜਦੋਂ ਉਹ ਕੋਵਲੈਂਟ ਬੌਂਡ ਬਣਾਉਣਗੇ ਤਾਂ ਉਸ ਮੂਵਮੈਂਟ ਤੇ ਜਦੋਂ ਉਹ ਕੋਵਲੈਂਟ ਬੌਂਡ ਬਣਾਉਣਗੇ ਤਾਂ ਉਸ ਮੂਵਮੈਂਟ ਤੇ ਇੱਕ ਕੋਵਲੈਂਟ ਬੌਂਡ ਬ੍ਰੇਕ ਹੋਊਗਾ ਪੀ ਟਾਈਪ। ਪੀ ਟਾਈਪ ਕੀ ਹੈ, ਇੱਥੇ ਆਪਣੇ ਕੋਲ ਬੇਸ ਹੈ, ਤਾਂ ਬੇਸ ਦੇ ਵਿੱਚ ਇੱਕ ਆਪਣੇ ਕੋਲ ਕੋਵਲੈਂਟ ਬੌਂਡ ਬ੍ਰੇਕ ਕਰੂਗਾ, ਜਿਹੜਾ ਜਿਸ ਦੇ ਵਿੱਚੋਂ ਆਪਣੇ ਨੂੰ ਕੀ ਮਿਲੂਗਾ, ਆਪਾਂ ਨੂੰ ਮਿਲੂਗਾ ਇੱਕ ਇਲੈਕਟ੍ਰੋਨ ਐਂਡ ਇੱਕ ਹੋਲ। ਹੋਲ ਉੱਥੇ ਹੀ ਰਹਿ ਜਾਊਗਾ, ਇਲੈਕਟ੍ਰੋਨ ਮੂਵ ਕਰੂਗਾ ਟੁਵਰਡਸ ਦਾ ਪੋਜ਼ਿਟਿਵ ਟਰਮੀਨਲ ਆਫ EB बैटरी। तो इलेक्ट्रॉन मूव करूंगा टुवर्ड्स द पॉजिटिव टर्मिनल ऑफ EB बैटरी, एज वो मूव करके ऊपर जाके एमीटर च एंटर करू। ਹੁਣ ਅਗੇਨ ਜਿਹੜਾ ਆਪਣੇ ਕੋਲ ਇਲੈਕਟ੍ਰੋਨ ਹੈ ਉਹ ਰੋਟੇਟ ਕਰ ਰਿਹਾ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ, ਜਿਸ ਨਾਲ ਆਪਣੇ ਕੋਲ ਕਰੰਟ ਕੀ ਹੋ ਜਾਊਗਾ, ਐਂਟੀ ਕਲੌਕਵਾਈਜ਼, ਠੀਕ ਹੈ। ਤਾਂ ਲਿਖ ਲਓ, ਫਿਰ ਦੁਬਾਰਾ ਐਕਸਪਲੇਨ ਕਰ ਦੇਣਾ। these combine with holes already available in base, it will form a covalent bond, it will form a covalent bond there। जब एक covalent bond बनूगा एक टूटूगा। simultaneously a covalent bond is broken in base from which ਕੀ ਮਿਲੂ ਆਪਾਂ ਨੂੰ, from which an electron and holes will come out, ਇਲੈਕਟ੍ਰੋਨ ਤੇ ਹੋਲ ਕੀ ਕਰੂਗਾ, ਬਾਹਰ ਆ ਜਾਊਗਾ। ਹੋਲ ਉੱਥੇ ਰਹਿ ਜਾਊਗਾ, ਹੋਲ will remain there, but electron got attracted towards positive terminal of EB battery। the electron की करूँगा attract होगा positive terminal of EB battery, then enters into emitter। तो emitter से enter कर दो, ठीक है। since again जो इलेक्ट्रॉन है क्लॉकवाइज रोटेट करे, since electron rotates in clockwise direction, current will be in anti-clockwise direction, ठीक है। तो अपने को बनूंगा, सो IE is equal to IB plus IC।
ਤਾਂ ਐਮੀਟਰ ਕਰੰਟ ਕਿਹਦੇ ਇਕੁਅਲ ਹੋ ਜਾਊਗਾ ਬੇਸ ਕਰੰਟ ਪਲੱਸ ਕਲੈਕਟਰ ਕਰੰਟ ਦੇ ਇਕੁਅਲ ਹੋ ਜਾਊਗਾ। ਇਹ ਆਪਣੇ ਕੋਲ ਵਰਕਿੰਗ ਹੋਗੀ NPN ਟ੍ਰਾਂजिस्टर ਦੀ। ਦੁਬਾਰਾ ਸੁਣ ਲਓ, ਦੱਸ ਦਿੰਦਾ ਆਪਣੇ ਕੋਲ ਪਹਿਲੇ ਦੋ ਪੋਰਸ਼ਨ ਤਾਂ ਸੇਮ ਹੈ, ਫੋਰਵਰਡ ਤੇ ਰਿਵਰਸ ਤੇ, ਉਹ ਚੀਜ਼ ਤੁਹਾਨੂੰ ਵੈਸੇ ਹੀ ਕਲੀਅਰ ਹੋ ਜਾਣੀ ਚਾਹੀਦੀ ਹੈ, ਯਾਦ ਵੀ ਰਹਿਣੀ ਚਾਹੀਦੀ ਹੈ। ਫਿਰ ਗੱਲ ਆਉਂਦੀ ਹੈ ਆਪਣੇ ਕੋਲ ਮੈਜੋਰਿਟੀ ਚਾਰਜ ਕੈਰੀਅਰਸ। ਤਾਂ ਲੌਜੀਕਲੀ ਕੀ ਹੁੰਦਾ ਹੈਗਾ, ਦੁਬਾਰਾ ਦੱਸ ਰਿਹਾ ਮੈਂ ਸਾਰਾ ਕੁਝ, ਠੀਕ ਹੈ। ਆਪਣੇ ਕੋਲ ਨੈਗੇਟਿਵ ਟਰਮੀਨਲ ਜੋ ਹੈ EV ਬੈਟਰੀ ਦਾ, ਉਹ ਮੈਜੋਰਿਟੀ ਚਾਰਜ ਕੈਰੀਅਰਸ ਇਨ ਐਮੀਟਰ ਦੈਟ ਇਜ਼ ਇਲੈਕਟ੍ਰੋਨਸ, ਉਹਨਾਂ ਨੂੰ ਪੁਸ਼ ਕਰੂਗਾ। ਉਹ ਪੁਸ਼ ਹੋ ਕੇ ਕਿੱਥੇ ਜਾਣਗੇ, ਬੇਸ ਤੇ ਕਲੈਕਟਰ ਦੇ ਵਿੱਚ। ਬੇਸ ਦੀ ਥਿਕਨੈਸ ਘੱਟ ਹੈ, ਜਿਸ ਨਾਲ ਬੇਸ ਦੇ ਵਿੱਚ ਸਿਰਫ 5% ਰਿਮੇਨ ਕਰਨਗੇ, ਬਾਕੀ ਜਿਹੜੇ 95% ਹੋਣਗੇ ਕਿੱਥੇ ਪਾਸ ਕਰ ਜਾਣਗੇ, ਦੈਟ ਵਿਲ ਪਾਸ ਟੂ ਦਾ ਕਲੈਕਟਰ। ਜਿਹੜੇ ਆਪਣੇ ਕੋਲ 95% ਕਲੈਕਟਰ ਚ ਚਲੇ ਜਾਣਗੇ, ਉਹ ਇਲੈਕਟ੍ਰੋਨਸ ਨੇ, ਉਹ ਇਲੈਕਟ੍ਰੋਨ ਅਟਰੈਕਟ ਹੋਣਗੇ ਟੁਵਰਡਸ ਦਾ ਪੋਜ਼ਿਟਿਵ ਟਰਮੀਨਲ ਆਫ CV ਬੈਟਰੀ, ਠੀਕ ਹੈ। ਤਾਂ ਇਲੈਕਟ੍ਰੋਨ ਮੂਵ ਕਰਦਾ ਕਰਦਾ ਪੋਜ਼ਿਟਿਵ ਟਰਮੀਨਲ ਤੋਂ ਹੁੰਦਾ ਹੁੰਦਾ ਉਹ ਪਾਸ ਕਰੂ EV ਬੈਟਰੀ ਨੂੰ, ਦੈਨ ਇਟ ਐਂਟਰ ਇਨਟੂ ਦਾ ਐਮੀਟਰ। ਜਦੋਂ ਇਲੈਕਟ੍ਰੋਨ ਐਵੇਂ ਰੋਟੇਟ ਕੀਤਾ ਤਾਂ ਇਹ ਰੋਟੇਸ਼ਨ ਹੈ ਕਲੋਕਵਾਈਜ਼। ਜੇ ਇਲੈਕਟ੍ਰੋਨ ਕਲੋਕਵਾਈਜ਼ ਰੋਟੇਟ ਕਰ ਰਿਹਾ ਤਾਂ ਕਰੰਟ ਕਿਹੜੀ ਡਾਇਰੈਕਸ਼ਨ ਚ ਹੋਊਗਾ, ਦੈਟ ਵਿਲ ਬੀ ਐਂਟੀ ਕਲੋਕਵਾਈਜ਼ ਡਾਇਰੈਕਸ਼ਨ, ਠੀਕ ਹੈ। ਸਿਮਿਲਰਲੀ ਜੇ ਹੁਣ ਆਪਾਂ ਗੱਲ ਕਰਦੇ ਹਾਂ 5% ਹੋਲਸ ਦੀ, ਤਾਂ ਹੋਲਸ 5% ਕੀ ਕਰਨਗੇ, ਉਹ ਇਸ ਪਾਰਟਿਕੂਲਰ ਲੋਕੇਸ਼ਨ ਤੇ ਰਹਿ ਜਾਣਗੇ। ਜਦੋਂ ਹੋਲਸ ਇਸ ਪਾਰਟਿਕੂਲਰ ਲੋਕੇਸ਼ਨ ਤੇ ਹੋਣਗੇ ਆਲਰੇਡੀ, ਤਾਂ ਉਹ ਇਲੈਕਟ੍ਰੋਨਸ ਨੂੰ ਕੰਬਾਈਨ ਕਰਨਗੇ। ਕੰਬਾਈਨ ਕਰਕੇ ਕੀ ਬਣਾਉਣਗੇ, ਕੋਵਲੈਂਟ ਬੌਂਡ। ਕੋਵਲੈਂਟ ਬੌਂਡ ਬਣਾ ਲੈਣਗੇ ਤਾਂ ਸਾਈਮਲਟੇਨੀਅਸਲੀ P ਸਾਈਡ ਤੇ ਕੋਵਲੈਂਟ ਬੌਂਡ ਬ੍ਰੇਕ ਹੋਊਗਾ, ਠੀਕ ਹੈ। P ਸਾਈਡ ਤੇ ਕੋਵਲੈਂਟ ਬੌਂਡ ਬ੍ਰੇਕ ਹੋਊਗਾ ਤਾਂ ਆਪਣੇ ਕੋਲ ਇਸ ਸਾਈਡ ਤੇ ਦੈਟ ਇਜ਼ ਬੇਸ ਦੇ ਵਿੱਚ ਇੱਕ ਕੋਵਲੈਂਟ ਬੌਂਡ ਬ੍ਰੇਕ ਹੋ ਗਿਆ। ਜਦੋਂ ਬੇਸ ਦੇ ਵਿੱਚ ਕੋਵਲੈਂਟ ਬੌਂਡ ਬ੍ਰੇਕ ਹੋਇਆ ਤਾਂ ਉਸ ਤੋਂ ਇੱਕ ਇਲੈਕਟ੍ਰੋਨ ਮਿਲਿਆ, ਇੱਕ ਹੋਲ ਮਿਲਿਆ। ਇਲੈਕਟ੍ਰੋਨ ਮੂਵ ਕਰੂਗਾ, ਹੋਲ ਉੱਥੇ ਰਹੂਗਾ। ਇਲੈਕਟ੍ਰੋਨ ਕਿਹਦੇ ਵੱਲ ਮੂਵ ਕੀਤਾ, ਟੁਵਰਡਸ ਅ ਪੋਜ਼ਿਟਿਵ ਟਰਮੀਨਲ ਆਫ EV ਬੈਟਰੀ। ਇਲੈਕਟ੍ਰੋਨ ਜਦੋਂ ਪੋਜ਼ਿਟਿਵ ਟਰਮੀਨਲ ਵੱਲ ਮੂਵ ਕੀਤਾ ਤਾਂ ਰੋਟੇਟ ਕੀਤਾ, ਰੋਟੇਟ ਕਰਕੇ ਦੈਨ ਇਟ ਅਗੇਨ ਐਂਟਰਸ ਦਾ ਐਮੀਟਰ। ਤਾਂ ਉਸ ਤੋਂ ਬਾਅਦ ਕੀ ਹੋ ਗਿਆ ਕਿ ਇਲੈਕਟ੍ਰੋਨ ਰੋਟੇਟ ਕੀਤਾ ਕਲੌਕਵਾਈਜ਼, ਤਾਂ ਕਰੰਟ ਕਿੱਧਰ ਨੂੰ ਰੋਟੇਟ ਕਰ ਦੂਗਾ, ਐਂਟੀ ਕਲੌਕਵਾਈਜ਼। ਤਾਂ ਆਪਣੇ ਕੋਲ ਇਹ ਹੋਗੀ ਵਰਕਿੰਗ ਆਫ NPN ਟ੍ਰਾਂजिस्टर। ਤੇ ਲੌਜਿਕ ਸੇਮ ਹੋਊਗਾ, ਜੇ ਐਮੀਟਰ ਕਰੰਟ ਅੰਦਰ ਜਾ ਰਿਹਾ ਹੈ ਤਾਂ ਬੇਸ ਤੇ ਕਲੈਕਟਰ ਕਰੰਟ ਬਾਹਰ ਆਊਗਾ, ਜੇ ਐਮੀਟਰ ਕਰੰਟ ਬਾਹਰ ਜਾ ਰਿਹਾ ਤਾਂ ਬੇਸ ਤੇ ਕਲੈਕਟਰ ਕਰੰਟ ਅੰਦਰ ਆਊਗਾ, ਸਿੰਪਲ, ਠੀਕ ਹੈ। ਤਾਂ ਇਹ ਸਾਰੀ ਵਰਕਿੰਗ ਹੋ ਗਈ। ਰਿਟਨ ਚ ਕਾਫੀ ਜ਼ਿਆਦਾ ਹੈ, ਸਮਝਣ ਨੂੰ ਛੋਟੀ ਹੈ, ਠੀਕ ਹੈ। ਥਿਊਰੀ ਜਿਵੇਂ ਮਰਜ਼ੀ ਖਿੱਚ ਸਕਦੇ ਹੋ ਤੁਸੀਂ। ਵੀਡੀਓ ਨੂੰ ਅਗੇਨ ਮੈਂ ਕਹਿੰਦਾ ਪੌਜ਼ ਕਰੋ, ਸਮਝੋ, ਠੀਕ ਹੈ। ਡਰਾ ਕਰੋ, 2 ਵਾਰ ਡਰਾ ਕਰੋਗੇ, 1 ਵਾਰ ਲਿਖ ਕੇ ਦੇਖੋਗੇ ਤਾਂ ਜਾ ਕੇ ਤੁਹਾਨੂੰ ਇਹ ਚੀਜ਼ਾਂ ਯਾਦ ਹੋਣਗੀਆਂ। ਐਂਡ 5-5 ਨੰਬਰ ਦੇ ਆਰਟੀਕਲਸ ਨੇ ਇਹ, ਇਹਨਾਂ ਚ ਆਪਾਂ ਇਹ ਨਹੀਂ ਕਰ ਸਕਦੇ ਕਿ ਇੱਕ ਦਿਨ ਚ 2 ਆਰਟੀਕਲਸ ਕਰ ਲਈਏ, ਬਿਕੋਜ਼ ਇੱਕ ਦਿਨ ਚ 2 ਕਰਾਂਗੇ ਮਿਕਸ ਹੋ ਜਾਣਗੇ, ਮਿਕਸ ਹੋ ਜਾਣਗੇ, ਯਾਦ ਨਹੀਂ ਰਹਿਣੇ। ਇਸ ਕੇਸ ਚ ਕੀ ਹੋ ਜਾਊਗਾ, ਆਪਣੇ ਕੋਲ 1-2 ਦਿਨ ਜ਼ਿਆਦਾ ਲੱਗਣਗੇ, ਕੋਈ ਪ੍ਰੋਬਲਮ ਨਹੀਂ ਹੈ, ਠੀਕ ਹੈ। ਬਟ ਚੱਜ ਨਾਲ ਕਰ ਲਓ ਐਟਲੀਸਟ। ਲਾਸਟ ਵਾਲਾ ਚੈਪਟਰ ਹੈ 9th ਵਾਲਾ, ਠੀਕ ਹੈ। ਫਿਰ ਆਪਾਂ ਰਿਵੀਜ਼ਨ ਸਟਾਰਟ ਕਰ ਦਾਂਗੇ, ਤੇ ਇਸ ਨੂੰ ਚੱਜ ਨਾਲ ਕਰ ਲਓ। ਅੱਜ ਵਾਸਤੇ ਇੰਨਾ ਹੀ ਹੈ। ਵੀਡੀਓ ਨੂੰ ਪੌਜ਼ ਕਰੋ, ਨੋਟ ਕਰੋ, ਠੀਕ ਹੈ। ਬਾਕੀ ਆਪਾਂ ਨੈਕਸਟ ਕਲਾਸ ਕਰਦੇ ਹਾਂ। ਤੇ ਟਿਊਜ਼ਨ ਤੁਹਾਡਾ ਟੈਸਟ ਹੈ ਐਸ 10ਵੇਂ ਗਰੁੱਪ ਚ।